PTC ਨੈਟਵਰਕ ਦੀ ਖਾਸ ਧਾਰਮਿਕ ਪੇਸ਼ਕਸ਼ ਸਿੱਖ ਸਰਗਰਮੀਆਂ ਲੈ ਕੇ ਹਾਜ਼ਰ ਹਾਂ ਮੈਂ ਮਨਿੰਦਰ ਸਿੰਘ ਮੋਂਗਾ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀ ਚੜ੍ਹਦੀ ਕਲਾ, ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਅਤੇ ਪੰਥਕ ਪ੍ਰਚਾਰ ਪ੍ਰਸਾਰ ਹਿੱਤ ਕੀਤੇ ਜਾ ਰਹੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਤੋਂ ਸੰਗਤ ਨੂੰ ਜਾਣੂ ਕਰਵਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਪਾਵਨ ਪਿੱਤਰ ਇਤਿਹਾਸਿਕ ਦਿਹਾੜਿਆਂ ਦੀ ਮਹੱਤਤਾ ਸੰਗਤ ਨਾਲ ਸਾਂਝੀ ਕੀਤੀ ਜਾਂਦੀ ਹੈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕੇ ਦੀਆਂ ਸਰਗਰਮੀਆਂ ਦੇ ਨਾਲ। ਕੋਰੋਨਾ ਮਹਾਮਾਰੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ 'ਚ ਸਹਿਯੋਗ ਦਿੰਦਿਆਂ ਕੈਨੇਡਾ ਦੀ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ 12 ਵੈਂਟੀਲੇਟਰ ਭੇਂਟ ਕੀਤੇ ਗਏ, ਜੋ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਮਰੀਜ਼ਾਂ ਦੀ ਸੇਵਾ ਦੇ ਲਈ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਨੂੰ ਸੌਂਪ ਦਿੱਤੇ ਗਏ। ਆਓ ਦੇਖਦੇ ਹਾਂ ਸਾਡੀ ਇਹ ਖਾਸ ਰਿਪੋਰਟ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਨਿਭਾਈਆਂ ਜਾ ਰਹੀਆਂ ਸੇਵਾਵਾਂ ਵਿੱਚ ਸਹਿਯੋਗੀ ਬਣਦਿਆਂ ਕੈਨੇਡਾ ਦੀਆਂ ਸੰਗਤਾਂ ਵੱਲੋਂ 12 ਵੈਂਟੀਲੇਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਂਟ ਕੀਤੇ ਗਏ ਨੇ। ਇਹ ਵੈਂਟੀਲੇਟਰ ਇੰਗਲੈਂਡ ਦੇ MP ਸਰਦਾਰ ਤਨਮਨਜੀਤ ਸਿੰਘ ਢੇਸੀ ਅਤੇ ਅਕਾਲੀ ਆਗੂ ਸਰਦਾਰ ਸਿਕੰਦਰ ਸਿੰਘ ਮਲੂਕਾ ਦੀ ਪ੍ਰੇਰਨਾ ਨਾਲ ਕੈਨੇਡਾ ਨਿਵਾਸੀ ਸਰਦਾਰ ਗਿਆਨ ਸਿੰਘ, ਸਰਦਾਰ ਹਰਦੀਪ ਸਿੰਘ ਅਤੇ ਹੋਰ ਸੰਗਤ ਦੇ ਸਹਿਯੋਗ ਨਾਲ ਭੇਜੇ ਗਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਵੈਂਟੀਲੇਟਰ ਪ੍ਰਾਪਤ ਕਰਨ ਮੌਕੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ, ਬਾਹਰਲੇ ਦੇਸ਼ ਦੇ ਲੋਕਾਂ ਨੇ ਜਿੰਨਾ ਹਿੱਤ ਪੰਜਾਬ ਨਾਲ ਦਿਖਾਇਆ, ਉਹਨਾਂ ਨੇ ਆਪਣੀ ਮਿੱਟੀ ਨਾਲ ਜੁੜ ਕੇ ਜੋ ਦਰਦ ਉਹਨਾਂ ਦੇ ਦਿਲ ਵਿੱਚ ਸੀ, ਜੋ ਉਹਨਾਂ ਨੇ ਜ਼ਾਹਰ ਕੀਤਾ। ਪਹਿਲਾਂ ਵੀ ਕਨਸੈਂਟਰੇਟਰ ਬਹੁਤ ਭੇਜੇ, ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਹੁਕਮ ਲਾਇਆ ਕਿ ਕਿਹੜੀ ਚੀਜ਼ ਹੋਰ ਚਾਹੀਦੀ ਹੈ। ਅਸੀਂ ਬੇਨਤੀ ਕੀਤੀ ਕਿ ਅਸੀਂ ਚਾਹੁੰਦੇ ਹਾਂ ਲੌਂਗ ਟਰਮ ਜਿਹੜਾ ਇਹਦਾ ਹੱਲ ਕੱਢਿਆ ਜਾਵੇ। ਉਹ ਤਾਂ ਹੀ ਹੋ ਸਕਦਾ ਜੇ ਅਸੀਂ ਆਪਣੇ ਹਸਪਤਾਲ ਨੂੰ ਸਟਰੈਂਥਨਿੰਗ ਕਰਾਂਗੇ। ਉਹ ਕਿੱਦਾਂ ਹੋ ਸਕਦਾ ਕਿ ਵੈਂਟੀਲੇਟਰਸ ਦਾ ਪ੍ਰਬੰਧ ਕਰੀਏ। ਮੈਨੂੰ ਖੁਸ਼ੀ ਹੈ ਕਿ ਪਹਿਲਾਂ ਵੀ ਸਾਡੇ ਕੋਲ UK ਤੋਂ 5 ਵੈਂਟੀਲੇਟਰ ਪਹੁੰਚੇ, ਫਿਰ 5 ਕਿਸੇ ਕੰਪਨੀ ਨੇ ਭੇਜੇ, ਅੱਜ 12 ਵੈਂਟੀਲੇਟਰ ਜਿਹੜੇ ਹੈ ਇਹ ਆਏ ਹੈ ਕੈਨੇਡਾ ਦੇ ਵਿੱਚੋਂ। ਉਹਨਾਂ ਨੇ ਸਾਡੀ ਅਪੀਲ ਦੇ ਉੱਤੇ ਇੰਨਾ ਸਤਿਕਾਰ ਕੀਤਾ ਕਿ ਉੱਥੋਂ ਦੇ ਪ੍ਰਧਾਨ ਸਰਦਾਰ ਗਿਆਨ ਸਿੰਘ ਜੀ, ਜਿਨ੍ਹਾਂ ਨੂੰ ਸਰਦਾਰ ਮਲੂਕਾ ਸਾਹਿਬ ਸਿਕੰਦਰ ਸਿੰਘ ਮਲੂਕਾ ਜੀ ਦੇ ਉਹਨਾਂ ਦਾ ਸੰਬੰਧ ਸੀ, ਉਹ ਪਹਿਲਾਂ ਭੇਜਣ ਲੱਗੇ ਸੀ ਕਿਸੇ ਹੋਰ ਥਾਂ ਦੇ ਉੱਤੇ। ਉਹਨਾਂ ਨੇ ਉਹਨਾਂ ਨੂੰ ਇਸ ਪਾਸੇ ਨੂੰ ਲਾਇਆ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ ਹੁੰਦੇ ਹੋ ਤਾਂ ਜੋ ਅਸੀਂ ਸੇਵਾਵਾਂ ਵਧੀਆ ਨਿਭਾ ਸਕੀਏ। ਅਤੇ ਸਾਥੀ ਸਨ ਸਰਦਾਰ ਹਰਦੀਪ ਸਿੰਘ ਜੀ, ਸਰਦਾਰ ਸਤਵੰਤ ਸਿੰਘ ਜੀ, ਸਰਦਾਰ ਪ੍ਰਦੀਪ ਸਿੰਘ ਜੀ, ਇਹਨਾਂ ਦੇ ਵੀ ਸਰਦਾਰ ਤਨਮਨਜੀਤ ਸਿੰਘ ਢੇਸੀ ਜਿਹੜੇ ਇੰਗਲੈਂਡ ਦੇ ਵਿੱਚ ਪਾਰਲੀਮੈਂਟ ਦੇ ਮੈਂਬਰ ਹੈ, ਉਹਨਾਂ ਨੇ ਉਹਨਾਂ ਨੂੰ ਇਸ ਪਾਸੇ ਡਾਇਰੈਕਸ਼ਨ ਦਿੱਤੀ ਕਿ ਜਾਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕਰੋ। ਸੋ ਇਹ ਸਾਰੇ ਰਲ ਕੇ ਸੁਖਜੀਵਨ ਸਿੰਘ ਜੀ, ਇਹ 4 ਪਿਆਰਿਆਂ ਨੇ ਰਲ ਕੇ ਸਾਰਿਆਂ ਨੇ ਸੰਗਤ ਨੂੰ ਪ੍ਰੇਰ ਕੇ ਫਿਰ ਇਹ ਵੈਂਟੀਲੇਟਰ ਭੇਜੇ। ਔਰ ਮੈਨੂੰ ਉਸ ਵੇਲੇ ਬੜੀ ਖੁਸ਼ੀ ਹੋਈ ਜਿੱਦਣ ਸਰਦਾਰ ਗਿਆਨ ਸਿੰਘ ਜੀ ਨੇ ਮੇਰੇ ਨਾਲ ਗੱਲ ਕਰਕੇ ਕਿਹਾ ਕਿ ਅਸੀਂ ਛੇਤੀ ਭੇਜ ਰਹੇ ਹਾਂ। ਅਸੀਂ ਅਪੀਲ ਜਦੋਂ ਕੀਤੀ, ਸੰਗਤ ਨੇ ਇਮੀਡੀਏਟ $96,000 ਜਿਹੜਾ ਸੀਗਾ ਉਹ ਸੇਵਾ ਵਿੱਚ ਇਕੱਠਾ ਕਰ ਦਿੱਤਾ। ਸੋ ਮੈਂ ਸਮਝਦੀ ਹੈ ਕਿ ਸੰਗਤ ਜਿਹੜੀ ਬਾਹਰਲੇ ਦੇਸ਼ਾਂ 'ਚ ਬੈਠੀ ਹੈ ਉਹ ਵੀ ਆਪਣੀ ਮਿੱਟੀ ਨਾਲ ਇੰਨਾ ਮੋਹ ਰੱਖਦੇ ਹੈ, ਇੰਨਾ ਦਰਦ ਰੱਖਦੇ ਹੈ ਕਿ ਜੇ ਅੱਜ ਮਨੁੱਖਤਾ ਦੀ ਸੇਵਾ, ਮਾਨਵਤਾ ਦੀ ਸੇਵਾ ਦੀ ਲੋੜ ਪਈ ਹੈ ਤੇ ਅੱਗੇ ਹੋ ਕੇ ਉਹਨਾਂ ਨੇ ਸਾਡੇ ਨਾਲ ਦਰਦ ਵੰਡਾਇਆ, ਜਿੱਥੇ ਮੈਂ ਉਹਨਾਂ ਦੀ ਬਹੁਤ ਧੰਨਵਾਦੀ ਹਾਂ। ਕੋਰੋਨਾ ਕਾਲ ਦੌਰਾਨ ਮਾਤਾ ਖੀਵੀ ਜੀ ਸੇਵਾ ਸੁਸਾਇਟੀ ਵੱਲੋਂ ਸੇਵਾ ਦੇ ਕਾਰਜ ਨਿਰੰਤਰ ਜਾਰੀ ਹਨ। ਇੱਥੇ ਪਹਿਲਾਂ ਘੱਟ ਰੇਟ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ, ਉੱਥੇ ਸੇਵਾ ਦੇ ਕੰਮ ਨੂੰ ਹੋਰ ਅੱਗੇ ਤੋਰਦਿਆਂ ਮਾਤਾ ਖੇਵਾ ਜੀ ਚੈਰੀਟੇਬਲ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਰਸਮੀ ਉਦਘਾਟਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਕੀਤਾ ਗਿਆ। ਇਸ ਡਿਸਪੈਂਸਰੀ 'ਚ ਆਉਣ ਵਾਲੇ ਮਰੀਜ਼ਾਂ ਨੂੰ ਸਿਰਫ 20 ਰੁਪਏ ਦੇ ਨਾਲ ਜਿੱਥੇ ਡਾਕਟਰੀ ਜਾਂਚ ਕੀਤੀ ਜਾਵੇਗੀ, ਉੱਥੇ ਨਾਲ ਹੀ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਕੋਰੋਨਾ ਕਾਲ ਦੌਰਾਨ ਮਾਤਾ ਖੀਵੀ ਜੀ ਸੇਵਾ ਸੁਸਾਇਟੀ ਵੱਲੋਂ ਸੇਵਾ ਦੇ ਉਪਰਾਲੇ ਨਿਰੰਤਰ ਜਾਰੀ ਨੇ। ਜਿੱਥੇ ਪਹਿਲਾਂ ਬਿਨਾਂ ਮੁਨਾਫੇ ਤੋਂ ਘੱਟ ਰੇਟ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ, ਉੱਥੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਬੀਤੇ ਦਿਨੀ ਮਾਤਾ ਖੀਵੀ ਜੀ ਚੈਰੀਟੇਬਲ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ, ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਵਚਨ ਹੈ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਨਿਥਾਵੇਂ ਕੋ ਤੁਮ ਥਾਨ ਬੈਠਾਵੋ, ਦਾਸ ਆਪਣੇ ਕੋ ਭਗਤੀ ਲਾਵੋ। ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਗੁਰੂ ਅੰਗਦ ਦੇਵ ਨਿਵਾਸ, ਜਿਸ ਦੇ ਸੰਚਾਲਕ ਸਰਦਾਰ ਸਤਨਾਮ ਸਿੰਘ ਜੀ ਸਲੂਜਾ ਔਰ ਭੈਣ ਜੀ ਪਰਮਜੀਤ ਕੌਰ ਪਿੰਕੀ ਜੀ ਨੇ, ਜੋ ਹੋਰ ਵੀ ਧਰਮ ਦੀਆਂ ਔਰ ਸਮਾਜ ਦੀਆਂ ਸੇਵਾਵਾਂ ਬਹੁਤ ਨਿਸ਼ਠਾ ਦੇ ਨਾਲ ਕਰਦੇ ਰਹਿੰਦੇ ਨੇ। ਇੱਕ ਬਹੁਤ ਵਧੀਆ ਉਪਰਾਲਾ ਉਹਨਾਂ ਨੇ ਲੋੜਵੰਦਾਂ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਕੀਤਾ ਕਿ ਜੋ ਗੁਰੂ ਅੰਗਦ ਦੇਵ ਨਿਵਾਸ ਉਹ ਚਲਾ ਰਹੇ ਨੇ, ਉੱਥੇ
ਮਾਤਾ ਖੀਵੀ ਜੀ ਚੈਰੀਟੇਬਲ ਡਿਸਪੈਂਸਰੀ ਦਾ ਅੱਜ ਸ਼ੁਭ ਜਿਹੜੀ ਸੀ ਆਰੰਭਤਾ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਬਾਣੀ ਪੜ੍ਹ ਕੇ ਤੇ ਕੀਤੀ ਗਈ ਹੈ, ਜਿਸ ਵਿੱਚ ਬਹੁਤ ਹੀ ਨਾਮਾਤਰ ਡਾਕਟਰ ਦੀ ਫੀਸ ਸਮੇਤ ਦਵਾਈ ਲੈ ਕੇ ਤੇ ਜਿਹੜੇ ਲੋੜਵੰਦ ਮਰੀਜ਼ ਨੇ ਉਹਨਾਂ ਦਾ ਇਲਾਜ ਜਿਹੜਾ ਉਹ ਕੀਤਾ ਜਾਣਾ। ਅੱਜ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਮਾਤਾ ਖੀਵੀ ਜੀ ਚੈਰੀਟੇਬਲ ਡਿਸਪੈਂਸਰੀ ਦੀ ਆਰੰਭਤਾ ਕੀਤੀ ਗਈ ਹੈ। ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਸਤਿਗੁਰੂ ਜੀ ਇਹਨਾਂ ਸਾਰੇ ਪ੍ਰਬੰਧਕ ਸਾਹਿਬਾਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਹਿਯੋਗੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਔਰ ਜੋ ਵੀ ਇਹ ਮਨੁੱਖਤਾ ਦੀ ਸੇਵਾ ਵਾਸਤੇ ਉਪਰਾਲਾ ਕੀਤਾ ਹੈ ਇਹ ਸਤਿਗੁਰੂ ਸਾਹਿਬ ਜੀ ਆਪਣੀ ਕਿਰਪਾ ਕਰਕੇ ਨਿਭਾ ਲੈਣ। ਜੋ ਆਵੇ ਸੋ ਰਾਜੀ ਜਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਿਜਲੀ ਦੀ ਸਪਲਾਈ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 700 ਕਿਲੋਵਾਟ ਦਾ ਸੋਲਰ ਪਲਾਂਟ ਲਾਉਣ ਦੀ ਰਸਮੀ ਆਰੰਭਤਾ ਅਰਦਾਸ ਉਪਰੰਤ ਕੀਤੀ ਗਈ। ਸੋਲਰ ਪਲਾਂਟ ਲਾਉਣ ਦੀ ਸੇਵਾ ਯੂਨਾਈਟਿਡ ਸਿੱਖ ਮਿਸ਼ਨ ਅਮਰੀਕਾ ਵੱਲੋਂ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਅਨੁਸਾਰ ਇਸ ਸੋਲਰ ਪਲਾਂਟ ਦੇ ਆਰੰਭ ਹੋਣ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਬਿਜਲੀ ਦੇ ਖਰਚਿਆਂ ਵਿੱਚ ਵੱਡੀ ਕਮੀ ਆਵੇਗੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਜਲੀ ਸਪਲਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਲਰ ਪਲਾਂਟ ਲਗਾਉਣ ਦੀ ਬੀਤੇ ਦਿਨੀ ਰਸਮੀ ਸ਼ੁਰੂਆਤ ਕੀਤੀ ਗਈ। ਇਹ ਸੇਵਾ ਯੂਨਾਈਟਿਡ ਸਿੱਖ ਮਿਸ਼ਨ USA ਵੱਲੋਂ ਕਰਵਾਈ ਜਾ ਰਹੀ ਹੈ। ਅਰਦਾਸ ਮਗਰੋਂ ਸੋਲਰ ਪਲਾਂਟ ਲਗਾਉਣ ਦੀ ਆਰੰਭਤਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਲਾਂਟ ਸਥਾਪਨਾ ਦੀ ਆਰੰਭਤਾ ਮੌਕੇ ਕਿਹਾ ਕਿ ਜਲਦ ਹੀ ਪਾਵਨ ਸਥਾਨ ਲਈ ਸੂਰਜੀ ਊਰਜਾ ਨਾਲ ਬਿਜਲੀ ਪੈਦਾਵਾਰ ਸ਼ੁਰੂ ਹੋ ਜਾਵੇਗੀ। ਇਸ ਨਾਲ ਜਿੱਥੇ ਕੁਦਰਤੀ ਸੋਮਿਆਂ ਦੀ ਵਰਤੋਂ ਦਾ ਸੁਨੇਹਾ ਸੰਗਤ ਵਿੱਚ ਜਾਵੇਗਾ, ਉੱਥੇ ਹੀ ਬਿਜਲੀ ਖਰਚਿਆਂ ਵਿੱਚ ਭਾਰੀ ਕਮੀ ਵੀ ਆਵੇਗੀ। ਉਹਨਾਂ ਦੱਸਿਆ ਕਿ ਫਿਲਹਾਲ 700 ਕਿਲੋਵਾਟ ਦਾ ਪਲਾਂਟ ਲਗਾਇਆ ਜਾ ਰਿਹਾ ਹੈ ਕਿਉਂਕਿ ਸਰਕਾਰ ਨੇ ਕਿਸੇ ਖੁੱਲੀ ਥਾਂ ਤੇ ਵੱਡਾ ਪਲਾਂਟ ਲਗਾਉਣ ਲਈ ਮਨਜ਼ੂਰੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਤਲਾਨੀ ਸਾਹਿਬ ਵਿਖੇ ਵੱਡਾ ਸੋਲਰ ਪਲਾਂਟ ਲਗਾਉਣ ਦੇ ਲਈ ਪੰਜਾਬ ਸਰਕਾਰ ਪਾਸੋਂ ਪ੍ਰਵਾਨਗੀ ਮੰਗੀ ਸੀ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਵੀ ਕੀਤੀ ਗਈ ਸੀ, ਪਰ ਹਜੇ ਤੱਕ ਮਨਜ਼ੂਰੀ ਨਹੀਂ ਮਿਲੀ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਤਾ ਗੰਗਾ ਜੀ ਨਿਵਾਸ ਦੀ ਛੱਤ ਤੇ ਪਲਾਂਟ ਲਗਾਉਣ ਦੀ ਸ਼ੁਰੂਆਤ ਕੀਤੀ ਹੈ, ਜੋ ਕਿ 700 ਕਿਲੋਵਾਟ ਦਾ ਹੋਵੇਗਾ। ਇਸ ਮਗਰੋਂ ਜੇਕਰ ਮਨਜ਼ੂਰੀ ਮਿਲ ਜਾਵੇਗੀ ਤਾਂ 2 ਮੈਗਾਵਾਟ ਦਾ ਸੋਲਰ ਪਲਾਂਟ ਲਗਾਇਆ ਜਾਵੇਗਾ। ਇਹ ਪ੍ਰੋਜੈਕਟ ਜਿਹੜਾ ਟੋਟਲ ਸਾਡਾ ਸ੍ਰੀ ਦਰਬਾਰ ਸਾਹਿਬ ਜੀ ਦਾ ਜਿੰਨਾ ਵੀ ਕੰਪਲੈਕਸ ਹੈ, ਇਹ ਤਕਰੀਬਨ 2 ਮੈਗਾਵਾਟ ਦਾ ਪ੍ਰੋਜੈਕਟ ਹੈ, ਜਿਹਦੇ ਵਿੱਚ ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਬਾਹਰ ਖੁੱਲੀ ਥਾਂ ਦੇ ਉੱਤੇ ਇਹ ਸਾਰੇ ਜਿਹੜੀ ਸਿਸਟਮ ਹੈ, ਪੈਨਲ ਹੈ, ਇਹ ਅਸੀਂ ਖੁੱਲੇ ਥਾਂ 'ਤੇ ਲਵਾਈਏ। ਪਰ ਬੜਾ ਅਫਸੋਸ ਹੈ ਕਿ ਉਹ ਸਕੀਮ ਜਿਹੜੀ ਹੈ ਗਵਰਨਮੈਂਟ ਨੇ ਬੰਦ ਕਰ ਦਿੱਤੀ। ਸਾਡੀ ਬੜੀ ਪਰੇਸ਼ਾਨੀ ਬਣੀ। ਸਪੈਸ਼ਲ ਤੌਰ 'ਤੇ ਮੈਂ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਜੀ ਨੂੰ ਮਿਲ ਕੇ ਆਈ। ਉਹਨਾਂ ਨੇ ਮੈਨੂੰ ਫਿਰ ਵੀ ਹੌਸਲਾ ਦਿੱਤਾ ਕਿ ਯਕੀਨ ਦਵਾਇਆ ਕਿ ਤੁਹਾਡਾ ਅਸੀਂ ਪ੍ਰੋਜੈਕਟ ਜਿਹੜਾ ਬਾਹਰ ਖੁੱਲੀ ਥਾਂ ਦੇ ਉੱਤੇ ਅਸੀਂ ਮਨਜ਼ੂਰ ਕਰ ਦਿਆਂਗੇ। ਲਗਾਤਾਰ ਅਸੀਂ ਮੀਟਿੰਗਾਂ ਵਿੱਚ ਸਮਾਂ ਮੰਗਦੇ ਰਹੇ। ਇਹਨਾਂ ਨੇ ਪਰਸੋਂ 8 ਤਰੀਕ ਨੂੰ ਮੀਟਿੰਗ ਕੀਤੀ ਹੈ, ਪਰ ਉਹਦਾ ਕੋਈ ਸਿੱਟਾ ਜਿਹੜਾ ਸੀ ਉਹ ਸਾਰਥਕ ਨਹੀਂ ਨਿਕਲਿਆ। ਅਸੀਂ ਚਾਹੁੰਦੇ ਹਾਂ ਕਿ ਇਹਨੂੰ ਖੁੱਲੀ ਥਾਂ ਦੇ ਉੱਤੇ ਕਰਦੇ ਤੇ 4 ਮੈਗਾਵਾਟ ਘੱਟੋ ਘੱਟ ਬਿਜਲੀ ਅਸੀਂ ਪੈਦਾ ਕਰ ਸਕਦੇ, ਜਿੰਨਾ ਅਸੀਂ ਹੋਰ ਅਸਥਾਨਾਂ 'ਤੇ ਵੀ ਦੇ ਸਕਦੇ ਸੀ। ਇਸ ਵੇਲੇ ਉਹਨਾਂ ਨੇ ਅੱਜ ਜਿਹੜਾ ਉਹ ਤਕਰੀਬਨ 700 ਕਿਲੋਵਾਟ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ, ਔਰ ਪਹਿਲਾਂ ਇਹ 700 ਕਿਲੋਵਾਟ ਦਾ ਪ੍ਰੋਜੈਕਟ ਜਿਹੜਾ ਸ਼ੁਰੂ ਕਰਕੇ ਇਹਨੂੰ ਕੰਪਲੀਟ ਕਰਕੇ ਫਿਰ ਜੇ ਸਾਨੂੰ ਮਨਜ਼ੂਰੀ ਮਿਲ ਗਈ, ਅਸੀਂ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਖੁੱਲੀ ਥਾਂ ਦੇ ਉੱਤੇ ਬਾਕੀ ਜਿਹੜਾ ਪ੍ਰੋਜੈਕਟ ਹੋਏਗਾ ਉਹ ਅਸੀਂ ਬਾਅਦ 'ਚ ਪ੍ਰਬੰਧ ਕਰਾਂਗੇ। ਮੈਂ ਜਿੱਥੇ ਸਾਰੇ ਇਸ ਕੰਪਨੀ ਦੇ ਯੂਨੀਟੈਕ ਕੰਪਨੀ ਦੇ ਜਾਂ ਯੂਨਾਈਟਿਡ ਸਿੱਖ ਮਿਸ਼ਨ USA ਦੇ ਸਾਰੇ ਜਿਹੜੇ ਪ੍ਰਧਾਨ ਸਾਹਿਬ ਹਨ ਜਾਂ ਬਾਕੀ ਸਾਰੇ ਅਹੁਦੇਦਾਰ ਹੈ, ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਅਤੇ ਵਾਹਿਗੁਰੂ ਕਿਰਪਾ ਕਰੇ ਕਿ ਜਿੱਥੇ ਸੁਪਰਵਿਜ਼ਨ ਕਰ ਰਹੇ ਸਰਦਾਰ ਬਲਦੇਵ ਸਿੰਘ ਜੀ, ਉਸ ਟੀਮ ਦੇ ਮੈਂਬਰ ਹੋਣ ਦੇ ਨਾਤੇ ਇੱਥੇ ਕੈਲੀਫੋਰਨੀਆ ਤੋਂ ਆ ਕੇ ਲਗਾਤਾਰ ਇੱਥੇ ਜੁਟੇ ਹੋਏ ਹੈ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਹਾਂ। ਅਤੇ ਹਰਟੇਕ ਕੰਪਨੀ ਵਾਲੇ ਜਿਹੜੇ ਕਿ ਲਗਾਤਾਰ ਇਹਨੂੰ ਬੜੀ ਸ਼ਿੱਦਤ ਨਾਲ ਲੈ ਕੇ ਬੈਠੇ ਹੈ, ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹਨਾਂ ਨੇ ਕੰਪਨੀ ਨੇ ਮਟੀਰੀਅਲ ਵੀ ਉਹ ਲਾਉਣਾ ਸ਼ੁਰੂ ਕੀਤਾ ਜਿਹੜਾ ਇੰਡੀਆ 'ਚ ਨੰਬਰ 1 ਦਾ ਹੋਵੇ। ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਦੀ ਹਾਂ ਅਤੇ ਇਹ ਆਸ ਕਰਾਂਗੀ ਕਿ 25 ਸਾਲ ਦਾ ਇਹਨਾਂ ਨੇ ਗਰੰਟੀ ਦਿੱਤੀ ਹੈ ਕਿ 25 ਸਾਲ ਇਹ ਸਾਰੇ ਪੈਨਲ ਜਿਹੜਾ ਕੰਮ ਕਰੇਗਾ। ਵਾਹਿਗੁਰੂ ਕਿਰਪਾ ਕਰੇ ਕਿ ਕਾਮਯਾਬੀ ਬਖਸ਼ੇ, ਚੜ੍ਹਦੀ ਕਲਾ ਦੇ ਨਾਲ ਇਸ ਨੂੰ ਸਿਰੇ ਚਾੜ ਸਕੀਏ। ਤੇ ਹੁਣ ਵੇਲੇ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਰੀ ਰਹੇਗੀ ਸਾਡੀ ਇਹ ਖਾਸ ਧਾਰਮਿਕ ਪੇਸ਼ਕਸ਼। ਸਾਕਾ ਨੀਲਾ ਤਾਰਾ ਦੀ 37ਵੀਂ ਬਰਸੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਨੇੜੇ ਗੁਰਦੁਆਰਾ ਸ਼ਹੀਦਾਂ ਵਿਖੇ 37ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਨੇ ਖੂਨਦਾਨ ਕੀਤਾ ਅਤੇ ਜੂਨ 1984 ਦੇ ਹਮਲੇ ਦੌਰਾਨ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਤੀਜਾ ਘੱਲੂਘਾਰਾ 1984 ਦੀ ਯਾਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਨੇੜੇ ਗੁਰਦੁਆਰਾ ਸ਼ਹੀਦਾਂ ਵਿਖੇ 37ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕੀਤਾ। 37ਵਾਂ ਘੱਲੂਘਾਰਾ ਦਿਵਸ ਨੂੰ ਸਮਰਪਿਤ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ, ਜੋ ਕਿ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਟਰਸਟ ਦੇ ਮਾਨਯੋਗ ਚੇਅਰਮੈਨ ਬੀਬੀ ਜਗੀਰ ਕੌਰ ਦੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਆਦੇਸ਼ਾਂ ਅਤੇ ਸਮੂਹ ਮੈਨੇਜਮੈਂਟ ਦੇ ਆਦੇਸ਼ਾਂ ਮੁਤਾਬਕ ਅਸੀਂ ਲੋੜੀਂਦੇ ਮਰੀਜ਼ਾਂ ਵਾਸਤੇ ਹਰ ਸਾਲ ਦੀ ਤਰ੍ਹਾਂ ਘੱਲੂਘਾਰਾ ਦਿਵਸ ਨੂੰ ਮੁੱਖ ਰੱਖਦੇ ਹੋਏ ਇਸ ਵਾਰ ਵੀ ਹੁੰਮ ਹਮਾ ਕੇ ਲੋਕਾਂ ਦੇ ਸਹਿਯੋਗ ਨਾਲ ਇੱਥੇ ਕੈਂਪ ਆਯੋਜਨ ਕੀਤਾ ਹੈ। ਅਸੀਂ ਇਸ ਕੈਂਪ ਵਿੱਚ ਪਿੰਗਲਵਾੜਾ ਦੇ ਮਰੀਜ਼ ਜੋ ਵੀ ਇੱਥੇ ਆਉਂਦਾ ਉਹਨਾਂ ਨੂੰ ਟੋਟਲੀ ਫ੍ਰੀ ਵਿਦਆਊਟ ਡੋਨੇਸ਼ਨ ਦਿੱਤਾ ਜਾਂਦਾ ਹੈ, ਅਤੇ ਨਾਲ ਹੀ ਜੋ ਥੈਲਾਸੀਮਿਕ ਬੱਚੇ ਆਉਂਦੇ ਨੇ ਸਾਡੇ ਕੋਲ ਉਹਨਾਂ ਨੂੰ ਵੀ ਬਿਨਾਂ ਕਿਸੇ ਪੈਸੇ ਦੇ ਫ੍ਰੀ ਡੋਨੇਟ ਕੀਤਾ ਜਾਂਦਾ। ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਕੋਵਿਡ ਦੇ ਦਿਨਾਂ ਦੇ ਵਿੱਚ ਬਲੱਡ ਬੈਂਕ ਵਿੱਚ ਕਾਫੀ ਸ਼ਾਰਟੇਜ ਚੱਲਦੀ ਹੈ। ਕੋਵਿਡ ਦੇ ਨਿਯਮਾਂ ਨੂੰ ਮੁੱਖ ਰੱਖਦੇ ਹੋਏ ਪ੍ਰੋਪਰ ਗਾਈਡਲਾਈਨਸ ਫਾਲੋ ਕਰਦੇ ਹੋਏ ਵੱਧ ਤੋਂ ਵੱਧ ਬਲੱਡ ਡੋਨੇਟ ਕਰੋ, ਤਾਂ ਕਿ ਅਸੀਂ ਲੋੜਵੰਦ ਮਰੀਜ਼ਾਂ ਦੀ ਲੋੜ ਪੂਰੀ ਕਰ ਸਕੀਏ। ਗੁਰੂ ਰਾਮਦਾਸ ਅੰਮ੍ਰਿਤਸਰ ਸ਼ਹੀਦਾਂ ਸਾਹਿਬ ਦੇ ਕੋਲ ਉੱਥੇ ਅੱਜ 37ਵਾਂ ਖੂਨਦਾਨ ਕੈਂਪ ਲੱਗਿਆ ਹੈ। ਉੱਥੇ ਇਸ ਘੱਲੂਘਾਰੇ ਦਿਵਸ ਦੇ ਸਮਰਪਿਤ ਖੂਨਦਾਨ ਕੈਂਪ ਦੌਰਾਨ ਤੇ ਸੰਗਤਾਂ ਸ਼ਰਧਾ ਦੇ ਨਾਲ ਖੂਨਦਾਨ ਕਰ ਰਹੀਆਂ ਨੇ। ਇਹ ਖੂਨਦਾਨ ਇਸ ਹਸਪਤਾਲ ਦੇ ਵਿੱਚ ਲੋੜਵੰਦ ਮਰੀਜ਼ਾਂ ਨੂੰ ਫ੍ਰੀ ਖੂਨ ਦਿੱਤਾ ਜਾਂਦਾ ਹੈਗਾ ਬਿਨਾਂ ਉਹਨਾਂ ਕੋਲ ਬਲੱਡ ਲਏ। ਇਸ ਤੋਂ ਇਲਾਵਾ ਕੋਵਿਡ ਦੇ ਦੌਰਾਨ ਵੀ ਜੋ ਮਰੀਜ਼ ਹੁੰਦੇ ਨੇ ਉਹਨਾਂ ਦਾ ਵੀ ਖੂਨ ਦੀ ਇੱਕ ਲੋੜ ਪੈਂਦੀ ਹੈ ਅਤੇ ਹਸਪਤਾਲ ਵੱਲੋਂ ਦਿੱਤਾ ਜਾਂਦਾ ਹੈ। ਅਤੇ ਇਸ ਖੂਨਦਾਨ ਕੈਂਪ ਵਿੱਚ ਸਮੂਹ ਸਟਾਫ ਵੀ ਆ ਕੇ ਸ਼ਿਰਕਤ ਕਰ ਰਿਹਾ ਹੈ ਅਤੇ ਖੂਨਦਾਨ ਕੀਤਾ ਜਾ ਰਿਹਾ ਹੈ ਜੀ। ਘੱਲੂਘਾਰਾ ਦਿਵਸ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਰਾਮਦਾਸ ਹਸਪੀਟਲ ਸ਼ਹੀਦਾਂ ਸਾਹਿਬ ਲਾਗੇ ਕੈਂਪ ਲੱਗਾ ਜੀ। ਬਹੁਤ ਵਧੀਆ ਉਪਰਾਲਾ ਵਾ, ਅਤੇ ਅਸੀਂ ਬਲੱਡ ਡੋਨੇਟ ਕਰਨੇ ਵੀ ਕਿਸੇ ਗਰੀਬ ਬੰਦੇ ਜਾਂ ਲੋੜਵੰਦ ਦੀ ਮਦਦ ਹੋ ਸਕੇ ਜੀ। ਪੂਰਾ ਉੱਤਰੀ ਭਾਰਤ ਤਪਦੀ ਗਰਮੀ ਦੇ ਨਾਲ ਝੁਲਸ ਰਿਹਾ ਹੈ ਅਤੇ ਇਸ ਤਪਦੀ ਗਰਮੀ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਗਰਮੀ ਤੋਂ ਬਚਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਨੇਕਾਂ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ। ਆਓ ਦੇਖਦੇ ਹਾਂ ਸਾਡੀ ਇਹ ਖਾਸ ਰਿਪੋਰਟ। ਪੂਰਾ ਉੱਤਰੀ ਭਾਰਤ ਤਪਦੀ ਹੋਈ ਗਰਮੀ ਨਾਲ ਝੁਲਸ ਰਿਹਾ, ਪਰ ਇਸ ਪਿੰਡਾਂ ਝੁਲਸਾਉਣ ਦੀ ਗਰਮੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਤੇ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ ਅਤੇ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਗੁਰੂ ਘਰ ਦੇ ਦਰਸ਼ਨਾਂ ਲਈ ਆਮਦ ਕੀਤੀ ਜਾ ਰਹੀ ਹੈ। ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਮੇਸ਼ਾ ਹੀ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਅਤੇ ਹੁਣ ਸੰਗਤ ਨੂੰ ਗਰਮੀ ਤੋਂ ਬਚਾਉਣ ਲਈ ਵੀ ਅਨੇਕਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। श्री गुरु रामदास जी के पवित्र स्थान श्री हरमंदर साहब श्री दरबार साहब विखे हर मौसम के मौसम को देखते हैं प्रबंध किए जाते हैं। अज जिस तरह गर्मी का बड़ा जोर पै रहा है, संगत की सहूलत वास्ते जिथे असी वड्डे पानी वाले पखे लगा के जिहड़ी संगत परिक्रमा विच खड़ी हुंदी है दर्शनां वास्ते अंदर जाण तो पहलां उन्हां वास्ते पखियां दे प्रबंध, वड्डे कूलरां दे प्रबंध ते इस तरह जिहड़ा टेंट है वो बाबा बुढ़ा साहब जी की छबील तक पूरे प्रबंध करके उत्ते लगाया गया, तां जो सवेरे अमृत वेले जां सारा दिन संगतां वड्डी गिनती च आउंदियां ते वो धुप विच ना खड़ियां होण। इस तरह जो परिक्रमा करते हैं जिहड़े टाट विषय है, पायदान विषय है, उन्हां दे उत्ते समय समय दे नाल गर्मी दे विच पानी दा छिड़काव कीता जांदा तां जो क्योंकि नंगे पैर सारिਆਂ ਦੇ ਹੁੰਦੇ है धुप विच गर्मी का कोई असर ना हो सके। सो मैं सारी संगत में बेनती करांगी कि इस गल का उपराला सिर्फ तुहाडीआं सहूलतां नूं देख के श्री हरमंदर साहब दे विच प्रबंधकां वल्लों कीता जांदा है। सारी संगत किसी किस्म के ये चिंता ना करे कि शायद पूरी वड्डी गर्मी है तो उत्थे खलोना औखा होएगा। तुहाडी हर सहूलत का प्रबंध साडा करना साडा फर्ज बनदा है। जदों असीं घरों चले आ या इत्थे बाज़ार दे विचों तुर के लंघे आ तो ऐं लगता ही भी जिमें इन्नी ज़्यादा गर्मी आ भी जिमें बंदे ने मैल्ट ही हो जाना, इन्नी तपश चार्ज बहुत ज़्यादा गर्मी। गुरु रामदास दे घर दियां इहो जिहियां
ਠੰਡੀਆਂ ਹਵਾਵਾਂ ਆ, ਕੋਈ ਕਰਿਸ਼ਮਾ ਹੀ ਆ। ਜਿੰਨੀ ਦੇਰ ਦਰਸ਼ਨ ਕੀਤੇ ਆ ਅੰਦਰ 1 ਘੰਟੇ ਦੇ ਕਰੀਬ ਸਮਾਂ ਪਰਿਕਰਮਾ ਤੋਂ ਬਾਅਦ ਦਰਸ਼ਨ ਕਰਨ 'ਚ ਬਤੀਤ ਹੋਇਆ। ਕੋਈ ਪਤਾ ਹੀ ਨਹੀਂ ਲੱਗਾ ਕਿ ਮੌਸਮ ਗਰਮੀ ਦਾ ਆ। ਬਿਲਕੁਲ ਇੰਨੀ ਵਧੀਆ ਵਿਵਸਥਾ ਕਮੇਟੀ ਦੀ ਵੀ ਕਿ ਪੱਖੇ ਵੀ ਲੱਗੇ ਆ, ਮੈਟ ਬੜੇ ਵਧੀਆ, ਇੱਕ ਨਵੀਂ ਕਿਸਮ ਦੇ ਮੈਟ ਅੰਦਰ ਵੇਖੇ ਵਿਛੇ ਕਿ ਮਤਲਬ ਇਹ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਗਰਮ ਫਰਸ਼ 'ਤੇ ਤੁਰ ਰਹੇ ਹੋ। ਤੇ ਗੁਰੂ ਮਹਾਰਾਜ ਆਪਦੇ ਜਿਹੜੇ ਸਿੱਖ ਭਗਤ ਆਉਂਦੇ ਆ ਉਹਨਾਂ ਨੂੰ ਗਰਮੀ ਨਹੀਂ ਲੱਗਣ ਦਿੰਦੇ। ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਏ ਹਾਂ ਤੇ ਜਿਸ ਤਰ੍ਹਾਂ ਤੁਸੀਂ ਸਭ ਦੇਖ ਹੀ ਰਹੇ ਹੋ ਕਿ ਬਾਹਰ ਬਹੁਤ ਗਰਮੀ ਦਾ ਮੌਸਮ ਹੈ, ਅੱਤ ਦੀ ਗਰਮੀ ਬਾਹਰ ਪੈ ਰਹੀ ਹੈ। ਪਰ ਜਦੋਂ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾਂਦੇ ਹਾਂ ਤੇ ਬਹੁਤ ਅੱਛੇ ਪ੍ਰਬੰਧ ਨੇ ਅੰਦਰ, ਸਾਰੀ ਪਰਿਕਰਮਾ ਸਟਾਰਟ ਵਿੱਚ ਹੈ। ਤੇ ਜਦੋਂ ਅਸੀਂ ਮੇਨ ਦਰਬਾਰ 'ਚ ਦਰਸ਼ਨ ਕਰਨ ਪਹੁੰਚਦੇ ਹਾਂ ਤੇ ਪੂਰੇ ਪੁੱਲ 'ਤੇ ਔਰ ਜਿੰਨੀ ਵੀ ਜਿੱਥੇ ਲਾਈਨ 'ਚ ਖੜਨਾ ਪੈਂਦਾ, ਬਹੁਤ ਸੋਹਣੇ ਪੱਖੇ ਲੱਗੇ ਨੇ ਜੀ, ਬੜੀ ਵਧੀਆ ਪ੍ਰਬੰਧ ਹੈ ਸਾਰੇ ਅੰਦਰ। 1% ਵੀ ਗਰਮੀ ਦਾ ਜਿਹੜਾ ਅਹਿਸਾਸ ਨਹੀਂ ਹੁੰਦਾ ਤੇ ਬਹੁਤ ਸੋਹਣੇ ਦਰਸ਼ਨ ਹੋਏ। ਬਾਬਾ ਜੀ ਦੇ ਘਰ ਆ ਕੇ ਆਉਣ ਲੱਗੇ ਤਾਂ ਮੈਂ ਨਹੀਂ ਸਮਝਦਾ ਕੋਈ ਗਰਮੀ ਹੈ ਕੋਈ ਸਰਦੀ ਹੈ। ਜੇ ਉਹਨਾਂ ਨੇ ਸਾਨੂੰ ਬੁਲਾਇਆ ਤਾਂ ਇਹਨਾਂ ਵਿੱਚ ਉਹਨਾਂ ਦੀ ਵੀ ਰਜਾ ਸੀਗੀ ਤੇ ਸਾਡੇ ਦਿਲ ਦੀ ਤਮੰਨਾ ਸੀ ਜਿਹੜੀ ਪੂਰੀ ਹੋ ਗਈ ਹੈ। ਕੋਈ ਗਰਮੀ ਕੋਈ ਕੁਛ ਨਹੀਂ ਕਹਿੰਦੀ। ਇੰਨੇ ਵਧੀਆ ਅੱਜ ਦਰਸ਼ਨ ਹੋਏ ਆ ਤੇ ਸਾਡਾ ਤਾਂ ਇੱਦਾਂ ਲੱਗਦਾ ਵੀ ਮੇਰਾ ਜੀਵਨ ਸਫਲ ਹੋ ਗਿਆ। ਤੇ ਹੁਣ ਵੇਲੇ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਰੀ ਰਹੇਗੀ ਸਾਡੀ ਇੱਕ ਖਾਸ ਧਾਰਮਿਕ ਪੇਸ਼ਕਸ਼। ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਹਮਲੇ ਦੌਰਾਨ ਸ਼ਹੀਦ ਹੋਣ ਵਾਲੇ ਸਿੰਘ ਸਿੰਘਣੀਆਂ ਅਤੇ ਭੁਜੰਗੀਆਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਦੇ ਨਾਮ ਇੱਕ ਸੰਦੇਸ਼ ਵੀ ਜਾਰੀ ਕੀਤਾ ਗਿਆ। ਆਓ ਦੇਖਦੇ ਹਾਂ ਸਾਡੀ ਇਹ ਵਿਸ਼ੇਸ਼ ਰਿਪੋਰਟ। ਜੂਨ 1984 ਵਿੱਚ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਰਵਣ ਕਰਵਾਇਆ। ਸਮਾਗਮ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੂੰ ਸੰਬੋਧਿਤ ਹੁੰਦਿਆਂ ਕਿਹਾ, ਅੱਜ ਅਸੀਂ ਜੂਨ 1984 ਦੇ ਘੱਲੂਘਾਰੇ ਦੇ ਦੌਰਾਨ ਮਹਾਨ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਆ। ਇੱਕ ਐਸਾ ਨਸੂਰ ਹੈ ਸਿੱਖ ਕੌਮ ਦੇ ਪਿੰਡੇ ਦੇ ਉੱਤੇ ਜਿਹੜਾ ਸਾਰਾ ਸਾਲ ਰਿਸਦਾ ਰਹਿੰਦਾ ਹੈ, ਮੈਲੇ ਨਾਲ ਭਰ ਜਾਂਦਾ ਹੈ, ਪੀੜ ਕਰਦਾ ਹੈ, ਦਰਦ ਕਰਦਾ ਹੈ। ਔਰ ਅੱਜ ਦੇ ਦਿਨ ਉਸ ਮੈਲੀ ਨੂੰ ਬਾਹਰ ਕੱਢਦੇ ਆ ਤਾਂ ਕਿ ਸਾਡੀ ਪੀੜ ਠੰਡੀ ਹੋਵੇ, ਸਾਡਾ ਦਰਦ ਘੱਟ ਹੋਵੇ। ਇਹਨੂੰ ਭੁਲਾਇਆ ਨਹੀਂ ਜਾ ਸਕਦਾ, ਇਹਨੂੰ ਮੇਟਿਆ ਨਹੀਂ ਜਾ ਸਕਦਾ, ਇਹ ਹਮੇਸ਼ਾ ਤੱਕ ਯਾਦ ਰਹੂਗਾ। ਅਸੀਂ ਇਸ ਨਸੂਰ ਦਾ ਇਲਾਜ ਕਿਸ ਤਰ੍ਹਾਂ ਕਰਨਾ ਹੈ, ਇਹਦੀ ਦਵਾਈ ਕੀ ਹੈ, ਅਸੀਂ ਜਾਣਦੇ ਹਾਂ, ਲੇਕਿਨ ਪ੍ਰਾਪਤ ਕਿਵੇਂ ਹੋਣੀ ਹੈ, ਇਹ ਅਸੀਂ ਕਦੇ ਸਿਰ ਜੋੜ ਕੇ ਬੈਠ ਕੇ ਸੋਚਣ ਵਿਚਾਰਨ ਦਾ ਯਤਨ ਨਹੀਂ ਕੀਤਾ। ਅੱਜ ਜ਼ਰੂਰਤ ਹੈ ਕਿ ਅਸੀਂ ਆਪਣੇ ਮਤਭੇਦ ਭੁਲਾ ਕੇ, ਅੱਜ ਜ਼ਰੂਰਤ ਹੈ ਕਿ ਅਸੀਂ ਛੋਟੇ ਛੋਟੇ ਵਿਤਕਰੇ ਭੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਦੇ ਵਿੱਚ ਇਕੱਠੇ ਹੋ ਕੇ ਬੈਠੀਏ। ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਚੀਫ ਖਾਲਸਾ ਦੀਵਾਨ ਹੈ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਹੈ, ਪਟਨਾ ਸਾਹਿਬ ਬੋਰਡ ਹੈ, ਜਾਂ ਸਾਡੀਆਂ ਸੰਪਰਦਾਵਾਂ ਨੇ, ਸਾਡੀਆਂ ਸਿੱਖ ਜਥੇਬੰਦੀਆਂ ਨੇ, ਇਹ ਸਾਡੀ ਤਾਕਤ ਹੈ। ਔਰ ਇਸ ਤਾਕਤ ਨੂੰ ਕਦੇ ਅਸੀਂ ਕਮਜ਼ੋਰ ਨਹੀਂ ਹੋਣ ਦੇਣਾ ਹੈ। ਜਿਹੜੀ ਕੌਮ ਆਪਣੀਆਂ ਸ਼ਹੀਦੀਆਂ ਨੂੰ ਭੁੱਲ ਜਾਏ, ਕੁਰਬਾਨੀਆਂ ਨੂੰ ਭੁੱਲ ਜਾਏ, ਜਾਂ ਜ਼ੁਲਮ ਨਾਲ ਲੜਨਾ ਭੁੱਲ ਜਾਏ, ਉਹ ਕੌਮ ਕਦੀ ਜਿਉਂਦੀ ਨਹੀਂ ਰਹਿ ਸਕਦੀ। ਸਿੱਖ ਕੌਮ ਜਿਹੜੀ ਹੈ ਹਮੇਸ਼ਾ ਆਪਣੀਆਂ ਕੁਰਬਾਨੀਆਂ ਤੋਂ ਸੇਧ ਲੈਂਦੀ ਹੈ, ਆਪਣੀਆਂ ਸ਼ਹਾਦਤਾਂ ਤੋਂ ਸਬਕ ਸਿੱਖਦੀ ਹੈ ਔਰ ਜ਼ੁਲਮ ਦੇ ਨਾਲ ਹਮੇਸ਼ਾ ਜੂਝ ਕੇ ਜਿਉਣਾ ਚਾਹੁੰਦੀ ਹੈ। ਸੋ ਇਸ ਕਰਕੇ ਇਹ 37 ਸਾਲ ਤੋਂ ਬਾਅਦ ਫਿਰ ਜ਼ਖਮ ਜਿਹੜੇ ਸਾਡੇ ਛਿੱਲੇ ਜਾਂਦੇ ਹੈ, ਉਹੀ ਸਮਾਂ ਉਹੀ ਘੜੀ ਬਣ ਜਾਂਦੀ ਹੈ ਜਦੋਂ ਅਸੀਂ ਇਕੱਠੇ ਹੋ ਕੇ ਉਸ ਸਥਾਨ 'ਤੇ ਸਜਦਾ ਕਰਦੇ ਹਾਂ ਜਿਸ ਪਵਿੱਤਰ ਸਥਾਨ ਨੂੰ ਟੈਂਕਾਂ, ਤੋਪਾਂ, ਗੋਲੀਆਂ ਦੇ ਨਾਲ ਤੁੰਬਾ ਕਰ ਦਿੱਤਾ ਸੀ। ਉਹ ਮਹਾਨ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜਿਹਦੇ ਸਾਰੇ ਪਵਿੱਤਰ ਸਥਾਨ ਨੂੰ ਗੋਲੀਆਂ ਨਾਲ ਛਣਨੀ ਕਰ ਦਿੱਤਾ ਸੀ। ਔਰ ਅੱਜ
ਲਗਾਤਾਰ 4 ਦਿਨ ਤੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਹਾਨ ਪਵਿੱਤਰ ਗ੍ਰੰਥ ਜਿਸ ਦੇ ਦਰਸ਼ਨ ਕਰ ਰਹੀਆਂ ਹਨ ਜ਼ਖਮੀ ਗ੍ਰੰਥ ਦੇ ਸੰਗਤਾਂ, ਅੱਜ ਸਾਡਾ ਫਿਰ ਉਸੇ ਤਰ੍ਹਾਂ ਜ਼ਖਮ ਜਿਹੜੇ ਸਨ ਉਹ ਛਿੱਲੇ ਗਏ, ਉਸੇ ਤਰ੍ਹਾਂ ਹਿਰਦਾ ਪਾਟ ਗਿਆ, ਉਹੀ ਤਰ੍ਹਾਂ ਸਾਡੀ ਹਿਰਦਾ ਜਿਹੜਾ ਸੀ ਕੰਬ ਕੇ ਰਹਿ ਗਿਆ ਕਿ ਕੈਸਾ ਮਨਹੂਸ ਸਮਾਂ ਸੀ, ਕੈਸੀਆਂ ਮਨਹੂਸ ਤੋਪਾਂ ਸਨ, ਕੈਸੀ ਮਨਹੂਸ ਉਹ ਘੜੀ ਸੀ, ਕੈਸਾ ਉਹ ਮਨਹੂਸ ਗੋਲੀਆਂ ਸਨ ਜਿਨ੍ਹਾਂ ਨੇ ਸਾਡੇ ਕੌਮ ਦੇ ਹੀਰਿਆਂ ਦੀਆਂ ਵਿਕਾਂ ਬਿੰਨੀਆਂ ਔਰ ਸਾਡੇ ਮਾਸੂਮ ਜਿੰਦਾਂ ਦੀਆਂ ਵਿਕਾਂ ਬਿੰਨੀਆਂ, ਤੇ ਖਾਸ ਕਰਕੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਹਿੱਕ ਜਿਹੜੀ ਸੀ ਉਹ ਚੀਰ ਕੇ ਗੋਲੀ ਨਿਕਲ ਗਈ। ਬਸ ਇਹੀ ਨਹੀਂ ਚੱਲਿਆ ਜਾਂਦਾ, ਇਸੇ ਕਰਕੇ ਕੌਮ ਜਿਹੜੀ ਹੈ ਆਪਣੀਆਂ ਕੁਰਬਾਨੀਆਂ ਤੋਂ ਸਬਕ ਲੈਣ ਵਾਸਤੇ ਆਉਂਦੀ ਹੈ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਾਡੀ ਇਹ ਭਰਪੂਰ ਕੋਸ਼ਿਸ਼ ਰਹਿੰਦੀ ਕਿ ਸਾਰੇ ਹਫ਼ਤੇ ਦੀਆਂ ਪੰਥਕ ਸਰਗਰਮੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਈਏ। ਸਾਡੇ ਇਸ ਪ੍ਰੋਗਰਾਮ ਸੰਬੰਧੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਤੁਸੀਂ ਕੋਈ ਰਾਏ, ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਮੇਲ ਕਰੋ feedback@pcnetwork.com ਤੇ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਸਿੱਖ ਸਰਗਰਮੀਆਂ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।